ਵਾਹਿਗੁਰੂ ਸਾਹਿਬ ਜੀਓ। ਸਤਿਗੁਰ ਦਾਤਾ ਦਇਆਲ ਹੈ, ਜਿਸਨੂੰ ਦਇਆ ਸਦਾ ਹੋਏ। ਸਤਿਗੁਰ ਅੰਦਰ ਹੋ ਨਿਰਵੈਰ ਹੈ, ਸਭ ਦੇਖੈ ਬ੍ਰਹਮ ਇਕ ਸੋਇ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੁ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੁ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਆਦਿ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੇ ਸਾਜੀ ਅਤੇ ਨਿਵਾਜੀ, ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਗੁਰ ਸੰਗਤ ਜੀਓ। ਆਪਾਂ ਸਰਬੱਤ ਗੁਰੂ ਕੀ ਸੰਗਤ, ਸਤਿਗੁਰੂ ਸਾਹਿਬ ਜੀ ਦੇ ਪਾਵਨ ਹਜੂਰ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਜੁੜ ਮਿਲ ਬੈਠ ਕਰਕੇ ਪਾਵਨ ਗੁਰਬਾਣੀ ਦਾ ਉਪਦੇਸ਼ ਗ੍ਰਹਿਣ ਕਰਨ ਦੇ ਲਈ ਜੋ ਸਤਿਗੁਰੂ ਸਾਹਿਬ ਜੀ ਨੇ ਸਾਡੇ ਨਾਮ ਦੇ ਨਾਲ ਸਿੱਖ ਸ਼ਬਦ ਜੋੜਿਆ ਹੈ, ਉਹ ਗਿਆਨ ਉਹ ਵਿਚਾਰ ਸਿੱਖਣ ਦੇ ਲਈ ਸਤਿਗੁਰੂ ਸਾਹਿਬ ਜੀ ਦੇ ਪਾਵਨ ਹਜੂਰ ਜੁੜ ਮਿਲ ਬੈਠੇ ਹਾਂ। ਸਤਿਗੁਰੂ ਸਾਹਿਬ ਜੀ ਦੀ ਅਤਿਅੰਤ ਕਿਰਪਾਲਤਾ ਦੇ ਸਦਕਾ ਸਾਨੂੰ ਪਾਵਨ ਗੁਰਬਾਣੀ ਦੇ ਦਰਸ਼ਨ ਦਿਦਾਰੇ, ਪਾਠ ਕੀਰਤਨ ਕਥਾ ਸੁਣਨ ਦਾ ਇਹ ਵਡਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਸਤਿਗੁਰੂ ਸਾਹਿਬ ਜੀ ਦੀ
ਜਿਨ੍ਹਾਂ ਗੁਰਸਿੱਖਾਂ ਦੇ ਉੱਪਰ ਅਪਾਰ ਕਿਰਪਾ ਹੁੰਦੀ ਹੈ, ਕਿਉਂਕਿ ਜਿਹੜੀ ਕਿਰਪਾ ਹੈ ਉਹ ਸਾਡੇ ਜੀਵਨ ਦੇ ਵਿੱਚ ਕਈ ਪ੍ਰਕਾਰ ਕਰਕੇ ਵਰਤਦੀ ਹੈ। ਪਹਿਲੀ ਪਹਿਲ ਕਿਰਪਾ ਇਹ ਹੈ ਕਿ ਸਾਨੂੰ ਗੁਰੂ ਸਾਹਿਬਾਨ ਜੀ ਦੀ ਪਾਵਨ ਗੁਰਬਾਣੀ ਸੁਣਨ ਦੇ ਲਈ ਪ੍ਰਾਪਤ ਹੋ ਜਾਣੀ, ਇਹ ਪਹਿਲੇ ਦਰਜੇ ਦੀ ਕਿਰਪਾ ਹੈ। ਦੂਸਰੀ ਕਿਰਪਾ ਇਹ ਹੈ ਕਿ ਬੈਠ ਕਰਕੇ ਗੁਰਬਾਣੀ ਦਾ ਕੀਰਤਨ ਸੁਣ ਲੈਣਾ, ਇਹ ਦੂਸਰੇ ਪ੍ਰਕਾਰ ਦੀ ਕਿਰਪਾ ਹੈ। ਤੀਸਰੀ ਕਿਰਪਾ ਮਨੁੱਖ ਗੁਰਸਿੱਖ ਦੇ ਜੀਵਨ ਦੇ ਵਿੱਚ ਇਹ ਵਰਤਦੀ ਹੈ ਕਿ ਜਿਹੜੀ ਪਾਵਨ ਗੁਰਬਾਣੀ ਨੂੰ ਉਹ ਪੜ੍ਹਦਾ ਸੁਣਦਾ ਹੈ, ਉਸੇ ਪਾਵਨ ਗੁਰਬਾਣੀ ਦੀ ਜਿਹੜੀ ਵਿਚਾਰ ਸ਼ਰਵਣ ਕਰ ਲੈਣਾ ਕਰੇ, ਕਿ ਅਸਲ ਦੇ ਅੰਦਰ ਜਿਹੜੇ ਗੁਰਬਾਣੀ ਨੂੰ ਆਪਾਂ ਆ ਕੇ ਮੱਥਾ ਟੇਕਦੇ ਹਾਂ, ਜਿਸ ਪਾਵਨ ਗੁਰਬਾਣੀ ਨੂੰ ਆਖਦੇ ਹਾਂ ਕਿ ਇਹ ਸਾਡੇ ਸਤਿਗੁਰੂ ਸਾਹਿਬ ਜੀ ਹਨ, ਜਿਹੜੇ ਗੁਰੂ ਨੂੰ ਆਪਾਂ ਇੰਨਾ ਪੈਸਾ ਲਾ ਕਰਕੇ ਸੁੰਦਰ ਰੁਮਾਲੇ ਸਭ ਕੁਝ ਸਾਜੋ ਸਮਾਨ ਕਰਦੇ ਹਾਂ, ਉਹ ਗੁਰਬਾਣੀ ਦਾ ਸਿਧਾਂਤ ਕੀ ਆਖਦਾ ਹੈ ਇਹ ਸੁਣਨ ਦੇ ਲਈ ਮਿਲ ਜਾਣਾ, ਇਹ ਤੀਜੇ ਪ੍ਰਕਾਰ ਦੀ ਕਿਰਪਾ ਹੈ। ਚੌਥੀ ਕਿਰਪਾ ਇਹ ਹੈ ਕਿ ਇਹ ਜਿਹੜੀ ਸੁਣੀ ਹੋਈ ਵਿਚਾਰ ਹੈ, ਇਸ ਨੂੰ ਮਨ ਦੇ ਵਿੱਚ ਕਬੂਲ ਕਰ ਲੈਣਾ ਕਿ ਜੋ ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਆਖ ਰਹੀ ਹੈ ਉਹੀ ਸੱਚ ਹੈ। ਕਿਉਂਕਿ ਵਿਦਵਾਨ ਮਹਾਂਪੁਰਖ ਇਹ ਗੱਲ ਆਖਦੇ ਨੇ ਕਿ ਜਾਂ ਤਾਂ ਤੁਸੀਂ ਸੰਸਾਰ ਨੂੰ ਖੁਸ਼ ਕਰ ਸਕਦੇ ਹੋ ਜਾਂ ਨਿਰੰਕਾਰ ਨੂੰ। ਇੱਕੋ ਸਮੇਂ ਦੋਵੇਂ ਜਿਹੜੇ ਪੱਖ ਨੇ ਉਹਨਾਂ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ। ਜਾਂ ਤਾਂ ਇਹ ਕੀਤਾ ਜਾ ਸਕਦਾ ਹੈ ਕਿ ਤੁਸੀਂ ਗੁਰਬਾਣੀ ਦੇ ਵਿੱਚ ਜਿਹੜੀਆਂ ਆਈਆਂ ਹੋਈਆਂ ਵਿਚਾਰਾਂ ਨੇ ਉਹਨਾਂ ਨੂੰ ਸੁਣਾਉਣਾ ਹੀ ਇੱਦਾਂ ਕਰੋ ਕਿ ਕੋਈ ਗੁੱਸਾ ਨਾ ਕਰੇ, ਜਾਂ ਤਾਂ ਆਪਾਂ ਗੁਰੂ ਦੇ ਨਾਲ ਸਮਝੌਤਾ ਕਰ ਸਕਦੇ ਹਾਂ, ਜਿਸ ਗੁਰੂ ਦਾ ਦਿੱਤਾ ਹੋਇਆ ਖਾ ਰਹੇ ਹਾਂ ਉਸ ਗੁਰੂ ਨੂੰ ਆਪਾਂ ਧੋਖਾ ਦੇ ਸਕਦੇ ਹਾਂ, ਜਾਂ ਫਿਰ ਪਾਵਨ ਗੁਰਬਾਣੀ ਨੂੰ ਸੰਗਤਾਂ ਦੇ ਸਮਕਸ਼ ਰੱਖ ਕਰਕੇ ਗੁਰੂ ਦੇ ਵੱਲੋਂ ਸੱਚੇ ਹੋ ਸਕਦੇ ਹਾਂ ਕਿ ਜੋ ਗੁਰੂ ਸਾਹਿਬਾਨ ਜੀ ਦੀ ਪਾਵਨ ਗੁਰਬਾਣੀ ਆਖਰੀ ਹੈ ਉਹੀ ਸੱਚ ਰੂਪ ਹੈ। ਉਸ ਦੇ ਲਈ ਕੋਈ ਰਾਜੀ ਹੋਵੇ ਕੋਈ ਗੁੱਸਾ ਹੋਵੇ ਇਹ ਉਸ ਦੀ ਆਪ ਦੀ ਮਰਜ਼ੀ ਹੈ। ਸਤਿਗੁਰੂ ਸਾਹਿਬ ਜੀ ਦੀ ਜੋ ਪਾਵਨ ਕਿਰਪਾ ਹੈ, ਆਪ ਬਾਣੀ ਦੇ ਅੰਦਰ ਸਤਿਗੁਰੂ ਸਾਹਿਬ ਜੀ ਬਿਆਨ ਕਰਦੇ ਨੇ ਕਿ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਅਸਲ ਇਹ ਗੁਰਬਾਣੀ ਨੂੰ ਪੜ੍ਹਨਾ ਸੁਣਨਾ ਬਹੁਤ ਸੌਖਾ ਹੈ, ਪਰ ਸਤਿਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਸਮਝ ਕੇ ਪ੍ਰਵਾਨ ਕਰਨਾ ਇਹ ਬਹੁਤ ਵੱਡੀ ਕਾਲ ਹੈ। ਤੇ ਆਪ ਸਤਿਗੁਰੂ ਸਾਹਿਬ ਜੀ ਆਖਦੇ ਨੇ ਕਿ ਬਾਣੀ ਬਿਰਲੋ ਵਿਚਾਰ ਸੀ। ਇਹ ਕੋਈ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ ਕਿ ਗੁਰਬਾਣੀ ਨੂੰ ਸੁਣ ਕੇ ਪ੍ਰਵਾਨ ਕਰ ਲੈਣਾ। ਇਹ ਕੋਈ ਟਾਵੇਂ ਮਨੁੱਖ ਨੇ ਜੇ ਕੋ ਗੁਰਮੁਖ ਹੋਏ, ਜਿਹੜਾ ਆਪਣਾ ਜੀਵਨ ਗੁਰੂ ਨੂੰ ਸਮਰਪਿਤ ਕਰ ਦੇਵੇ, ਜਿਹੜਾ ਗੁਰੂ ਘਰੇ ਇਹ ਸੋਚ ਕੇ ਆਉਂਦਾ ਹੈ ਕਿ ਮੈਂ ਅਮੀਰ ਹਾਂ ਮੈਂ ਵੱਡਾ ਹਾਂ, ਉਹ ਇਸ ਦਰ ਤੋਂ ਨਾ ਅੱਜ ਤੱਕ ਕੁਝ ਪ੍ਰਾਪਤ ਕਰ ਸਕਿਆ ਹੈ ਤੇ ਨਾ ਹੀ ਕਰ ਸਕਦਾ ਹੈ। ਕਿਉਂਕਿ ਜਿਵੇਂ ਪਾਵਨ ਇਤਿਹਾਸ ਦੇ ਅੰਦਰ ਵੀ ਸਾਨੂੰ ਬੜੇ ਤਰ੍ਹਾਂ ਦੀਆਂ ਸਾਖੀਆਂ ਮਿਲਦੀਆਂ ਨੇ ਕਿ ਅਸਲ ਦੇ ਅੰਦਰ ਮਨੁੱਖ ਦਾ ਜਿਹੜਾ ਜੀਵਨ ਹੈ, ਜਿਵੇਂ ਦੀ ਉਸ ਦੀ ਬਿਰਤੀ ਹੁੰਦੀ ਹੈ ਉਸ ਦੇ ਅਨੁਸਾਰ ਜੀਵਨ ਬਣ ਜਾਂਦਾ ਹੈ। ਜਿਵੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਮੇਂ
ਇੱਕ ਬੜੇ ਕਰਨੇ ਵਾਲੇ ਮਹਾਨ ਸਿੱਖ ਹੋਏ ਨੇ, ਜਿਨ੍ਹਾਂ ਦਾ ਨਾਮ ਸੀ ਭਾਈ ਸੁਥਰੇ ਸ਼ਾਹ। ਇਹ ਸੁਥਰੇ ਸ਼ਾਹ ਦੀ ਇੱਕ ਦਿਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਸ਼ਿਕਾਇਤ ਗਈ। ਇਹ ਜਿਹੜੇ ਸੁਥਰੇ ਸ਼ਾਹ ਸੀ, ਇਹ ਬੜੇ ਹਾਸ ਰਸ ਹਾਸੀ ਮਜ਼ਾਕ ਵਾਲੇ ਗੁਰਸਿੱਖ ਸੀ। ਕਿਸੇ ਨੂੰ ਵੀ ਮਜ਼ਾਕ ਦੇ ਨਾਲ ਕੁਝ ਆਖ ਦੇਣਾ ਉਸ ਦੀ ਪਰਵਾਹ ਨਹੀਂ ਕਰਿਆ ਕਰਦੇ ਸਨ। ਤੇ ਨਾਲ ਇਸ ਨੂੰ ਇੱਕ ਇਦਾਂ ਸੀ ਕਿ ਇਸ ਨੂੰ ਪਤਾ ਨਹੀਂ ਲੱਗਦਾ ਸੀ। ਇਹ ਕਈ ਵਾਰ ਸੰਗਤ ਵਿੱਚ ਬੋਲਦਿਆਂ ਬੋਲਦਿਆਂ ਇਸ ਦੇ ਮੂੰਹ ਤੋਂ ਜਿਹੜੀ ਗਾਲ ਹੈ ਉਹ ਨਿਕਲ ਜਾਂਦੀ ਸੀ। ਸਤਿਗੁਰਾਂ ਦੇ ਕੋਲ ਸ਼ਿਕਾਇਤ ਗਈ ਕਿ ਤੁਹਾਡਾ ਜਿਹੜਾ ਇਹ ਸੁਥਰੇ ਸ਼ਾਹ ਹੈ, ਇਹ ਫਲਾਣੇ ਦਿਨ ਸੰਗਤ ਹੋਈ ਸੀ, ਕੀਰਤਨ ਦਰਬਾਰ ਸਜਿਆ ਸੀ, ਤੇ ਇਹ ਸੁਥਰੇ ਸ਼ਾਹ ਸੰਗਤ ਦੇ ਵਿੱਚ ਕਿਸੇ ਗੁਰਸਿੱਖ ਨੂੰ ਗਾਲ ਕੱਢ ਕੇ ਭੱਜ ਗਿਆ, ਇਸ ਨੂੰ ਬੁਲਾਉਣਾ ਕਰੋ। ਸਤਿਗੁਰਾਂ ਨੇ ਸੁਥਰੇ ਸ਼ਾਹ ਨੂੰ ਬੁਲਾਇਆ ਤੇ ਆ ਕੇ ਪੁੱਛਣਾ ਕੀਤਾ ਕਿ ਭਾਈ ਸੁਥਰੇ ਸ਼ਾਹ ਜੀ, ਕੀ ਗੱਲ ਹੈ, ਤੁਸੀਂ ਇਦਾਂ ਕਿਉਂ ਕਰਦੇ ਹੋ? ਉਹ ਸੁਥਰੇ ਸ਼ਾਹ ਫਿਰ ਉਸੇ ਪ੍ਰਕਾਰ ਆਖਣ ਲੱਗਾ ਕਿ ਸਤਿਗੁਰੂ ਸਾਹਿਬ ਜੀਓ, ਇਹਨਾਂ ਨੂੰ ਪੁੱਛਣਾ ਕਰੋ, ਜਿਸ ਦਿਨ ਦੀ ਇਹ ਗੱਲ ਕਰ ਰਹੇ ਹਨ, ਉਸ ਦਿਨ ਰਾਗੀਆਂ ਨੇ ਸ਼ਬਦ ਕਿਹੜਾ ਪੜ੍ਹਿਆ ਸੀ, ਕਥਾਕਾਰ ਨੇ ਕਥਾ ਕਿਹੜੀ ਕੀਤੀ ਸੀ, ਇਹ ਵੀ ਇਹਨਾਂ ਨੂੰ ਪੁੱਛਣਾ ਕਰੋ, ਉਹ ਯਾਦ ਹੈ ਕਿ ਨਹੀਂ ਯਾਦ। ਤੇ ਉਹਨਾਂ ਸਤਿਗੁਰੂ ਸਾਹਿਬ ਜੀ ਨੇ ਸੰਗਤ ਦੇ ਵਿੱਚੋਂ ਪੁੱਛਿਆ ਕਿ ਭਾਈ ਦੱਸਣਾ ਕਰੋ, ਉਦਨ ਸ਼ਬਦ ਕਿਹੜਾ ਪੜ੍ਹਿਆ ਸੀ ਤੇ ਕਥਾ ਕਿਸ ਸ਼ਬਦ ਦੀ ਹੋਈ ਸੀ। ਸੰਗਤ ਦੇ ਵਿੱਚੋਂ ਕਿਸੇ ਨੂੰ ਵੀ ਜਵਾਬ ਨਾ ਆਇਆ। ਭਾਈ ਸੁਥਰੇ ਸ਼ਾਹ ਆਖਣ ਲੱਗੇ ਕਿ ਸਤਿਗੁਰੂ ਸਾਹਿਬ ਜੀਓ, ਇਸ ਦਾ ਭਾਵ ਇਹ ਹੈ ਕਿ ਇਹ ਸੰਗਤ ਵਿੱਚ ਸੁਣਨ ਹੀ ਗਾਲਾਂ ਆਉਂਦੇ ਨੇ, ਇਹਨਾਂ ਦੀ ਬਿਰਤੀ ਹੀ ਉੱਥੇ ਟਿਕੀ ਹੋਈ ਹੈ। ਇਸ ਲਈ ਕਈ ਮਨੁੱਖਾਂ ਦਾ ਮੁੱਢ ਕਦੀਮਾ ਸੁਭਾਅ ਹੀ ਇਹ ਬਣਿਆ ਹੁੰਦਾ ਹੈ ਕਿ ਉਹ ਮਨੁੱਖਾਂ ਦੀ ਤੇ ਗੱਲ ਪਰੇ ਦੀ ਹੈ। ਜੇ ਉਹ ਕਮੀਆਂ ਕੱਢਣ ਤੇ ਆ ਜਾਣ ਤੇ ਪਰਮੇਸ਼ਰ ਦੇ ਵਿੱਚ ਵੀ ਕਮੀਆਂ ਕੱਢ ਦਿੰਦੇ ਹਨ। ਪਰ ਜੋ ਸਤਿਗੁਰੂ ਸਾਹਿਬ ਜੀ ਹਨ, ਉਹਨਾਂ ਦੀ ਬਾਬਤ ਆਪਾਂ ਬਚਨ ਪੜ੍ਹੇ ਹਨ, ਸਤਿਗੁਰ ਸਦਾ ਦਇਆਲ ਹੈ, ਜਿਸ ਨੂੰ ਦਇਆ ਸਦਾ ਹੋਏ। ਸਾਡੇ ਸਤਿਗੁਰੂ ਸਾਹਿਬ ਜੀ ਹਮੇਸ਼ਾ ਹੀ ਦਇਆਵਾਨ ਹਨ। ਸਤਿਗੁਰ ਅੰਦਰੋਂ ਨਿਰਵੈਰ ਹੈ, ਸਭ ਦੇਖੈ ਬ੍ਰਹਮ ਇੱਕ ਸੋਏ। ਸਤਿਗੁਰੂ ਸਾਹਿਬ ਜੀ ਦਾ ਜਿਹੜਾ ਅੰਦਰਲਾ ਹਿਰਦਾ ਹੈ ਉਹ ਨਿਰਵੈਰ ਹੈ। ਕਿਸੇ ਦੇ ਨਾਲ ਵੀ ਈਰਖਾ ਦਵੈਸ਼ ਦੀ ਜਿਹੜੀ ਭਾਵਨਾ ਹੈ ਉਸ ਨੂੰ ਪ੍ਰਵਾਨ ਨਹੀਂ ਕਰਦੇ। ਜਿਵੇਂ ਪਾਵਨ ਮੂਲ ਮੰਤਰ ਦੀ ਵਿਚਾਰ ਦੇ ਅੰਦਰ ਜਿਹੜਾ ਨਿਰਵੈਰ ਸ਼ਬਦ ਆਇਆ ਹੈ, ਆਪਾਂ ਇਹ ਸਵਾਲ ਰੂਪ ਦੇ ਅੰਦਰ ਬਚਨ ਜਾਣਦੇ ਹਾਂ ਕਿ ਜੇਕਰ ਪਰਮੇਸ਼ਰ ਵਾਹਿਗੁਰੂ ਨਿਰਵੈਰ ਹੈ ਤੇ ਉਹ ਕਿਸੇ ਨੂੰ ਸੁਖੀ ਔਰ ਦੁਖੀ ਕਿਉਂ ਕਰਦਾ ਹੈ। ਨਿਰਵੈਰ ਮਨੁੱਖ ਦਾ ਤਾਂ ਇਹ ਫਰਜ਼ ਹੁੰਦਾ ਕਿ ਸਭ ਦੇ ਨਾਲ ਇੱਕ ਸਮਾਨ ਬਿਰਤੀ ਰੱਖਣੀ, ਪਰ ਪਰਮੇਸ਼ਰ ਵਾਹਿਗੁਰੂ ਕਿਸੇ ਨੂੰ ਸੁਖ ਦਿੰਦਾ ਹੈ, ਕਿਸੇ ਨੂੰ ਦੁੱਖ ਦਿੰਦਾ ਹੈ। ਇਸ ਦਾ ਕੀ ਜਵਾਬ ਹੈ, ਇਸ ਦੀ ਕੀ ਵਜ੍ਹਾ ਹੈ? ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਆਖਦੀ ਹੈ ਕਿ ਦੱਦਾ ਦੋਸ ਨਾ ਦਿਓ ਕਿਸੈ, ਦੋਸ ਕਰਮਾ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ। ਸਾਡੇ ਜੀਵਨ ਦੇ ਵਿੱਚ ਜਿਹੜਾ ਆਉਣ ਵਾਲਾ ਸੁੱਖ ਔਰ ਦੁੱਖ ਹੈ, ਇਹ ਸਾਡੇ ਆਪਦੇ ਕੀਤੇ ਹੋਏ ਕਰਮਾਂ ਦੇ ਕਰਕੇ ਹੈ। ਜਿਵੇਂ ਪਾਵਨ ਗੁਰਬਾਣੀ ਦੇ ਅੰਦਰ ਬਚਨ ਆਉਂਦੇ ਨੇ, ਕਬੀਰ ਚਾਵਲ ਕਾਰ ਨੇ ਤੁਹ ਕੋ ਮੋਹਲੀ ਲਾਏ। ਇੱਥੇ ਚਾਵਲ ਤੋਂ ਯਾਦ ਆਇਆ ਕਿ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਨੰਨ ਭਗਤ, ਅਨੰਨ ਸੇਵਕ
भाई साहब भाई नंद लाल साहिब जी ने और इसे प्रकार भाई साहब भाई संतोख सिंह जी ने ऐसे बचन लिखे ने कि संसार दे अंदर जेड़ा सिख बनना ये कोई खाला जी दा वाड़ा नहीं है। सतगुरु साहिब जी आखदे ने भाई नंद लाल साहिब जी दे भाई संतोख सिंह जी दे ऐसे बचन हन कि सिख गुरु का होए गयो जप जी कंठ न कीन तंदुल बिन तुख काम कहे ऐसे सिख को चीन। कि ਜਿਹੜਾ ਆਪਦੇ ਆਪ ਨੂੰ ਸਿੱਖ ਅਖਵਾਉਂਦਾ ਹੈ ਪਰ ਜਪਜੀ ਸਾਹਿਬ ਦਾ ਪਾਠ ਯਾਦ ਨਹੀਂ ਹੈ, ਉਸ ਦਾ ਜੀਵਨ ਮਾਨੋ ਇਦਾਂ ਹੈ ਕਿ ਜਿਵੇਂ ਚੌਲਾਂ ਤੋਂ ਬਿਨਾਂ ਕੱਲੀ ਫੱਕ ਹੋਵੇ। ਉਸ ਦਾ ਜੀਵਨ ਆਪਣਾ ਨਿਕੰਮਾ ਹੈ, ਉਹ ਬਾਹਰੀ ਤੌਰ ਤੇ ਭਾਵੇਂ ਕੁਝ ਵੀ ਹੋਵੇ। ਸੋ ਰਹਾਉ ਵਿਚਾਰ ਕਬੀਲ ਚਾਵਲ ਕਾਰਨੇ ਤੁਖ ਕੋ ਮੋਹਲੀ ਲਾਏ। ਕਿ ਜਿਸ ਪ੍ਰਕਾਰ ਚੌਲਾਂ ਦੇ ਕਰਕੇ ਜਿਹੜਾ ਤੁਖ ਹੈ, ਜਿਹੜੀ ਉੱਪਰ ਵਾਲੀ ਛਿੱਲੜ ਹੈ, ਉਸ ਨੂੰ ਵੀ ਜਿਹੜਾ ਦੁੱਖ ਹੈ ਉਹ ਸਹਾਰਨਾ ਪੈਂਦਾ ਹੈ। ਸੰਗ ਕੁਸੰਗੀ ਬੈਸ ਤੇ ਤਬ ਪੁੱਛੇ ਧਰਮ ਰਾਏ। ਕਿ ਭਾਵੇਂ ਤੁਸੀਂ ਆਪ ਬੜੇ ਚੰਗੇ ਹੋ, ਪਰ ਜੇਕਰ ਤੁਹਾਡੀ ਸੰਗਤ ਮਾੜਿਆਂ ਦੇ ਨਾਲ ਹੈ, ਸੰਗਤ ਉਹਨਾਂ ਦੇ ਨਾਲ ਹੈ ਜਿਹੜੇ ਮਨਾਂ ਦੇ ਅੰਦਰ ਈਰਖਾ ਦਵੈਸ਼ ਦੀ ਭਾਵਨਾ, ਹਰ ਸਮੇਂ ਚੁਗਲੀ ਨਿੰਦਾ ਦੀ ਭਾਵਨਾ ਜਿਨ੍ਹਾਂ ਦੇ ਮਨਾਂ ਦੇ ਵਿੱਚ ਟਿਕੀ ਹੋਈ ਹੈ, ਤੇ ਉਹ ਸਾਡੇ ਕੋਲੋਂ ਵੀ ਜਿਹੜਾ ਜਵਾਬ ਹੈ ਉਹ ਧਰਮ ਰਾਜੇ ਨੇ ਪੁੱਛਣਾ ਹੈ ਕਿ ਜੇ ਤੇਰੀ ਆਪਦਾ ਜੀਵਨ ਤੇਰਾ ਚੰਗਾ ਸੀ, ਤੂੰ ਸੰਗਤ ਮਾੜੀ ਕਿਉਂ ਕੀਤੀ। ਇਹ ਉਸੇ ਪ੍ਰਕਾਰ ਹੀ ਹੈ ਕਿ ਜਿਵੇਂ ਭਗਤ ਕਬੀਰ ਸਾਹਿਬ ਜੀ ਦੇ ਬਚਨ ਹਨ ਕਿ ਜਿਹੜਾ ਕੇਲੇ ਦਾ ਦਰਖਤ ਹੈ ਉਹ ਜਦੋਂ ਕਿਧਰੇ ਬੇਰੀ ਦੇ ਕੋਲ ਕਿਤੇ ਲੱਗਾ ਹੋਵੇ, ਉਹ ਬੇਰੀ ਦੇ ਹਿੱਲਣ ਕਰਕੇ ਉਹ ਜਿਹੜੇ ਕੰਡੇ ਨੇ ਉਹ ਕੇਲੇ ਦੇ ਪੱਤਿਆਂ ਨੂੰ ਵੀ ਚੀਰ ਜਾਂਦੇ ਹਨ। ਉਸੇ ਪ੍ਰਕਾਰ ਹੀ ਜੇ ਅਸੀਂ ਗੁਰੂ ਕੇ ਸੱਚੇ ਸੁੱਚੇ ਸਿੱਖ ਬਣਨਾ ਚਾਹੁੰਦੇ ਹਾਂ ਤੇ ਅਸੀਂ ਇਸ ਗੱਲ ਦਾ ਧਿਆਨ ਬਹੁਤ ਚੰਗੀ ਤਰ੍ਹਾਂ ਰੱਖਣਾ ਕਰੀਏ ਕਿ ਸਾਡੀ ਜਿਹੜੀ ਸੰਗਤ ਹੈ ਉਹ ਬੜੀ ਸ਼ੁੱਧ ਹੋਵੇ, ਚੰਗੇ ਗੁਰਮੁਖਾਂ ਦੇ ਨਾਲ ਹੋਵੇ। ਪਾਵਨ ਗੁਰਬਾਣੀ ਆਖਦੀ ਹੈ, ਬਹੀਏ ਪੜਿਆ ਪਾਸ ਉਥੇ ਪਾਪ ਪੁੰਨ ਵਿਚਾਰੀਏ ਕੂੜੇ ਕਟੈ ਰਾਸ। ਜਿਹੜੀ ਕਹਿੰਦੇ ਸੰਗਤ ਹਨ ਉਹ ਕੈਸੀ ਹੋਵੇ। ਦੇਖੋ ਇਹ ਪਾਵਨ ਗੁਰਬਾਣੀ ਦਾ ਉਪਦੇਸ਼ ਹੈ, ਇਸ ਨੂੰ ਜਾਂ ਸੁਣਿਆ ਜਾ ਸਕਦਾ ਹੈ ਤੇ ਜਾਂ ਅਣਸੁਣਿਆ ਕੀਤਾ ਜਾ ਸਕਦਾ ਹੈ। ਸੁਣ ਕੇ ਇਹ ਆਖਣਾ ਕਿ ਇਦਾਂ ਸਤਿਗੁਰੂ ਸਾਹਿਬ ਜੀ ਨਹੀਂ ਆਖ ਰਹੇ ਜਾਂ ਇਦਾਂ ਨਹੀਂ ਆਖਣਾ ਚਾਹੀਦਾ, ਇਹ ਗੱਲ ਸੋਭਦੀ ਨਹੀਂ ਹੈ। ਪਾਵਨ ਗੁਰਬਾਣੀ ਆਖਦੀ ਹੈ ਕਿ ਅਸੀਂ ਆਪਣੇ ਜੀਵਨ ਦੇ ਅੰਦਰ ਜਿਹੜੀ ਸੰਗਤ ਹੈ ਉਹ ਕਿਹਨਾਂ ਦੀ ਕਰਨੀ ਹੈ। ਬਹੀਏ ਪੜਿਆ ਪਾਸ। ਆਪਾਂ ਤੁਸੀਂ ਸਭ ਗੁਰਸਿੱਖ ਗ੍ਰਸਤੀ ਜੀਵਨ ਵਾਲੇ ਬੈਠੇ ਹੋ, ਇਸ ਗੱਲ ਦਾ ਬੜਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਤੁਹਾਡੀ ਔਲਾਦ ਦੀ ਜਿਹੜੀ ਸੰਗਤ ਹੈ ਉਹ ਕੈਸੇ ਮਨੁੱਖਾਂ ਦੇ ਨਾਲ ਹੈ। ਕਿਉਂਕਿ ਪਾਵਨ ਗੁਰਬਾਣੀ ਆਖਦੀ ਹੈ ਕਿ ਬਹੀਏ ਪੜਿਆ ਪਾਸ। ਜਿਹੜੇ ਕੋਈ ਸੰਸਾਰੀ ਤੌਰ ਤੇ ਸਿਆਣੇ ਮਨੁੱਖ ਹੋਣ, ਧਾਰਮਿਕ ਵਿਦਿਆ ਨੂੰ ਪੜ੍ਹੇ ਹੋਣ, ਕੋਈ ਨਾਮ ਜਪਣ ਵਾਲੇ ਨਾਮ ਰਸੀਏ ਗੁਰਸਿੱਖ ਹੋਣ, ਉਹਨਾਂ ਦੇ ਪਾਸ ਬੈਠਣਾ ਕਰੋ, ਉੱਥੇ ਪਾਪ ਪੁੰਨ ਵਿਚਾਰੀਏ। ਕਿਉਂ ਉਹਨਾਂ ਦੇ ਕੋਲ ਕਿਉਂ ਬੈਠਣਾ ਹੈ, ਉਸ ਦੀ ਕੀ ਵਜ੍ਹਾ ਹੈ। ਸਤਿਗੁਰੂ ਸਾਹਿਬ ਜੀ ਦੀ ਬਾਣੀ ਆਖਦੀ ਹੈ ਕਿ ਉਸ ਜਗ੍ਹਾ ਕੋਈ ਨਿੰਦਾ ਚੁਗਲੀ ਨਹੀਂ ਕੀਤੀ ਜਾਂਦੀ,
ਉਸ ਜਗ੍ਹਾ ਕਿਸੇ ਨੂੰ ਬੁਰਾ ਸਾਬਤ ਨਹੀਂ ਕੀਤਾ ਜਾਂਦਾ, ਉੱਥੇ ਪਾਪ ਪੁੰਨ ਵਿਚਾਰੀਏ। ਉਹ ਚੰਗੀ ਸੰਗਤ ਦੇ ਵਿੱਚ ਪਾਪ ਔਰ ਪੁੰਨ ਦੀ ਵਿਚਾਰ ਕੀਤੀ ਜਾਂਦੀ ਹੈ ਕਿ ਅਸੀਂ ਕਿਹੜਾ ਕਰਮ ਕਰਾਂਗੇ ਤੇ ਸਾਨੂੰ ਪਾਪ ਲੱਗੇਗਾ, ਤੇ ਕਿਹੜਾ ਚੰਗਾ ਕੰਮ ਕਰਾਂਗੇ ਤੇ ਸਾਡੇ ਪੁੰਨ ਕਰਮ ਵਧਣਗੇ। ਤੇ ਕੂੜੇ ਘਟੈ ਰਾਸ, ਉੱਥੇ ਜਿਹੜੀ ਝੂਠ ਦੀ ਜਿਹੜੀ ਸਾਡੀ ਸਮੱਗਰੀ ਅਸੀਂ ਜਨਮਾਂ ਜਨਮਾਂਤਰਾਂ ਤੋਂ ਇਕੱਠੀ ਕੀਤੀ ਹੋਈ ਹੈ, ਉਹ ਸਾਡੀ ਘਟਣੀ ਸ਼ੁਰੂ ਹੋ ਜਾਵੇਗੀ। ਐਸਾ ਉਹ ਪਰਮੇਸ਼ਰ ਵਾਹਿਗੁਰੂ ਦਾ ਨਿਰਵੈਰ ਸਰੂਪ ਹੈ, ਤੇ ਉਹ ਆਪਣੇ ਗੁਰਸਿੱਖਾਂ ਨੂੰ ਵੀ ਨਿਰਵੈਰ ਜਿਹੜਾ ਜੀਵਨ ਹੈ ਉਹ ਬਖਸ਼ਣ ਵਾਲਾ ਹੈ। ਵਿਦਵਾਨ ਮਹਾਪੁਰਖਾਂ ਨੇ ਜਿਹੜੀ ਬਿਰਤੀ ਹੈ ਇਹ ਦੋ ਤਰ੍ਹਾਂ ਦੀ ਲਿਖੀ ਹੈ, ਕਿਉਂਕਿ ਜਦੋਂ ਆਪਾਂ ਪਰਮੇਸ਼ਰ ਵਾਹਿਗੁਰੂ ਨੂੰ ਇਹ ਆਖ ਦਿੰਨੇ ਆ ਕਿ ਉਹ ਨਿਰਵੈਰ ਹੈ, ਨਿਰਵੈਰ ਹੈ, ਤਾਂ ਫਿਰ ਉਹ ਜਿਹੜਾ ਅਗਿਆਨ ਹੈ, ਬੇਸਮਝੀ ਹੈ, ਉਸ ਦਾ ਉਹ ਵੈਰੀ ਕਿਉਂ ਹੈ? ਇਸ ਦਾ ਜਵਾਬ ਇਹ ਹੈ ਕਿ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਉਹ ਅਗਿਆਨ ਦਾ ਵੈਰੀ ਨਹੀਂ ਹੈ, ਗਿਆਨ ਦਾ ਵੈਰੀ ਅਗਿਆਨ ਹੈ। ਇਸ ਨੂੰ ਇਦਾਂ ਸਮਝਿਆ ਜਾ ਸਕਦਾ ਹੈ ਕਿ ਜਿਹੜੀ ਬਿਰਤੀ ਹੈ ਇਹ ਦੋ ਤਰ੍ਹਾਂ ਦੀ ਹੁੰਦੀ ਹੈ। ਜਿਹੜਾ ਅੱਗੇ ਬਿਰਤੀ ਤੋਂ ਅੱਗੇ ਪੈਦਾ ਹੋਣ ਵਾਲਾ ਜਿਹੜਾ ਗਿਆਨ ਹੈ ਇਹ ਅੱਗੇ ਦੋ ਪ੍ਰਕਾਰ ਦਾ ਹੁੰਦਾ ਹੈ, ਇੱਕ ਬਿਰਤੀ ਗਿਆਨ, ਇੱਕ ਸਰੂਪ ਗਿਆਨ। ਸਰੂਪਾ ਗਿਆਨ ਉਸ ਨੂੰ ਆਖਿਆ ਜਾਂਦਾ ਹੈ ਜਿਸ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਦਾ ਸਾਖਸ਼ਾਤ ਹੋ ਜਾਣਾ, ਕਿ ਉਹ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਉਹ ਸਾਡੇ ਸਭਨਾ ਜੀਵਾਂ ਦੇ ਅੰਦਰ ਵਿਰਾਜਮਾਨ ਹੈ। ਕਹਿਣ ਤੋਂ ਭਾਵ ਇਹ ਹੈ ਕਿ ਮਨੁੱਖ ਦੋ ਤਰ੍ਹਾਂ ਕਰਕੇ ਨਿਰਵੈਰ ਹੋ ਸਕਦਾ ਹੈ। ਇੱਕ ਤਾਂ ਮਨ ਵਿੱਚ ਇਹ ਭਾਵਨਾ ਆ ਜਾਵੇ ਕਿ ਜਿਵੇਂ ਮੈਂ ਹਾਂ, ਮੇਰਾ ਜਿਵੇਂ ਜੀਵਨ ਹੈ, ਮੈਂ ਜਿਵੇਂ ਇੱਕ ਮਨੁੱਖ ਹਾਂ, ਬਾਕੀ ਇਹ ਜਿਹੜੇ ਤੁਰੇ ਫਿਰਦੇ ਹਨ ਇਹ ਵੀ ਮਨੁੱਖ ਹਨ, ਉਹਨਾਂ ਨੂੰ ਵੀ ਸਤਿਕਾਰ ਦੇਣਾ, ਉਹਨਾਂ ਨੂੰ ਵੀ ਚੰਗਾ ਕਰਕੇ ਜਾਣਨਾ। ਇੱਕ ਤਾਂ ਇਸ ਪ੍ਰਕਾਰ ਕਰਕੇ ਅਸੀਂ ਨਿਰਵੈਰ ਪਰਮੇਸ਼ਰ ਵਾਹਿਗੁਰੂ ਦੀ ਭਾਵਨਾ ਦੇ ਨਾਲ ਜੁੜ ਸਕਦੇ ਹਾਂ ਕਿ ਆਪਣਾ ਜਿਵੇਂ ਆਪਣੇ ਵਿੱਚ ਪਰਮੇਸ਼ਰ ਵਾਹਿਗੁਰੂ ਦੀ ਜੋਤ ਵੇਖ ਕਰਕੇ ਉਸੇ ਪ੍ਰਕਾਰ ਸਾਰੇ ਜੀਵਾਂ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਦੀ ਬਾਬਤ ਇਹ ਆਖਣਾ ਕਿ ਘਟ ਘਟ ਮੈਂ ਹਰਿ ਜੁ ਬਸੈ, ਸੰਤਨ ਕਹਿਓ ਪੁਕਾਰ। ਦੂਸਰਾ ਜਿਹੜਾ ਵ੍ਰਿਤੀ ਗਿਆਨ ਹੈ ਉਸ ਨੂੰ ਇਦਾਂ ਸਮਝਿਆ ਜਾ ਸਕਦਾ ਹੈ ਕਿ ਜਿਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੱਡੇ ਭਰਾਤਾ ਬਾਬਾ ਮਹਾਦੇਵ ਜੀ ਜਦੋਂ ਉਹ ਆਪਣੇ ਅਖੀਰੀ ਸਮੇਂ ਚੜ੍ਹਾਈ ਕਰਨ ਲੱਗੇ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਆਪਣੇ ਪਾਸ ਬੁਲਾਇਆ ਤੇ ਬੇਨਤੀ ਕੀਤੀ ਕਿ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਓ, ਮੈਂ ਤੁਹਾਨੂੰ ਸਿਰਫ ਸਾਰੀ ਉਮਰ ਇੱਕ ਆਮ ਮਨੁੱਖ ਸਮਝਦਾ ਰਿਹਾ ਹਾਂ। ਮੇਰੇ ਅੰਦਰ ਭਾਵਨਾ ਨਹੀਂ ਆਈ ਕਿ ਤੁਸੀਂ ਵੀ ਗੁਰੂ ਸਰੂਪ ਹੋ, ਤੁਹਾਡੇ ਕੋਲੋਂ ਮੈਂ ਕੋਈ ਗਿਆਨ ਲੈ ਲਵਾਂ। ਹੁਣ ਮੇਰਾ ਅਖੀਰੀ ਸਮਾਂ ਨੇੜੇ ਢੁੱਕ ਆਇਆ ਹੈ, ਮੇਰੇ ਉੱਪਰ ਕਿਰਪਾ ਕਰਨਾ ਕਰੋ, ਮੈਨੂੰ ਬਖਸ਼ ਲੈਣਾ ਕਰੋ। ਮੈਨੂੰ ਗੁਰਪੁਰੀ ਦੇ ਵਿੱਚ ਵਾਸਾ ਮਿਲ ਜਾਵੇ। ਮੇਰੇ ਮਨ ਦੀ ਜਿਹੜੀ ਭਾਵਨਾ ਹੈ, ਮੇਰੇ ਕੀਤੇ ਹੋਏ ਜਿਹੜੇ ਗੁਨਾਹ ਹਨ, ਤੁਹਾਡੇ ਨਾਲ ਈਰਖਾ ਦਵੈਸ਼ ਹੈ, ਉਹ ਮੇਰੀ ਮੁਆਫ ਕਰ ਦੇਣਾ ਕਰੋ। ਤਦੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਖਣ ਲੱਗੇ ਕਿ ਮੇਰੇ ਭਰਾਤਾ ਜੀਓ, ਆਪਣਾ ਜਿਹੜਾ ਜੀਵਨ ਹੈ ਉਹ ਇਸ ਪ੍ਰਕਾਰ ਹੈ ਕਿ ਜਿਵੇਂ ਖੜਿਆ ਹੋਇਆ ਪਾਣੀ, ਉਸ ਦੇ ਵਿੱਚ ਆ ਕੇ ਇੱਕ ਤਾਂ ਜਾਲਾ ਜੰਮ ਜਾਂਦਾ ਹੈ, ਜਾਲੇ ਤੋਂ ਬਾਅਦ ਹੋਰ ਜਿਹੜਾ ਮਿੱਟੀ ਕੱਟਾ,
ਹੋਰ ਜਿਹੜੀਆਂ ਛੋਟੀਆਂ ਚੀਜ਼ਾਂ ਉਸ ਦੇ ਉੱਪਰ ਆ ਕੇ ਜੰਮਣੀਆਂ ਸ਼ੁਰੂ ਹੋ ਜਾਂਦੀਆਂ ਨੇ। ਆਖਰ ਉਹੀ ਜਿਹੜਾ ਪਾਣੀ ਹੈ ਉਹ ਗਾਰੇ ਦਾ ਰੂਪ ਲੈਣਾ ਸ਼ੁਰੂ ਕਰ ਦਿੰਦਾ ਹੈ। ਜੇਕਰ ਹਵਾ ਤੇਜ਼ ਚੱਲ ਪਵੇ, ਪਾਣੀ ਦਾ ਵਹਾਅ ਤੇਜ਼ ਹੋ ਜਾਵੇ ਤੇ ਉਹ ਸਭ ਕੁਝ ਜਿਹੜਾ ਜਾਲਾ ਹੈ ਉਸ ਨੂੰ ਰੋੜ ਕੇ ਲੈ ਜਾਂਦਾ ਹੈ। ਉਸੇ ਪ੍ਰਕਾਰ ਹੀ ਸਾਡਾ ਜੀਵਨ ਹੈ। ਜਦੋਂ ਅਸੀਂ ਅਗਿਆਨਤਾ ਦੀ ਨੀਂਦ ਦੇ ਵਿੱਚ ਸੁੱਤੇ ਰਹਿੰਦੇ ਹਾਂ, ਜਦੋਂ ਅਸੀਂ ਕਾਮ, ਕ੍ਰੋਧ, ਲੋਭ, ਅਹੰਕਾਰ ਰੂਪੀ ਇਹ ਜਿਹੜਾ ਜਾਲਾ ਸਾਡੇ ਉੱਪਰ ਜੰਮਿਆ ਰਹਿੰਦਾ ਹੈ, ਉਦੋਂ ਸਾਡਾ ਜੀਵਨ ਬਰਬਾਦ ਹੁੰਦਾ ਹੈ। ਜਦੋਂ ਸਾਡੇ ਜੀਵਨ ਦੇ ਅੰਦਰ ਅਸੀਂ ਗਿਆਨ ਦੀ ਜਿਹੜੀ ਬਿਰਤੀ ਹੈ ਉਸ ਨੂੰ ਧਾਰਨ ਕਰਕੇ ਗੁਰੂ ਦੀ ਸ਼ਰਨ ਲੈਂਦੇ ਹਾਂ ਤੇ ਗਿਆਨ ਦੀ ਜਦੋਂ ਅਸੀਂ ਪ੍ਰਾਪਤੀ ਕਰਦੇ ਹਾਂ, ਉਸ ਵੇਲੇ ਸਾਡੇ ਅੰਦਰ ਜਿਹੜਾ ਗਿਆਨ ਹੈ ਉਸ ਦਾ ਪ੍ਰਕਾਸ਼ ਹੁੰਦਾ ਹੈ ਤੇ ਗਿਆਨ ਦੀ ਜਿਹੜੀ ਹਵਾ ਹੈ ਉਹ ਸਾਡੇ ਸਭੇ ਤਰ੍ਹਾਂ ਦੇ ਜਿਹੜੇ ਵਿਕਾਰ ਨੇ ਉਹਨਾਂ ਨੂੰ ਰੋੜ ਕੇ ਲੈ ਜਾਂਦੀ ਹੈ। ਇਸ ਲਈ ਇਹ ਵ੍ਰਿਤੀ ਗਿਆਨ ਦੇ ਨਾਲ ਸਾਡਾ ਜਿਹੜਾ ਜੀਵਨ ਹੈ ਇਸ ਨੂੰ ਸੁਧਾਰਿਆ ਜਾ ਸਕਦਾ ਹੈ। ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਨੇ ਆਪਣੇ ਭਰਾਤਾ ਮਹਾਦੇਵ ਨੂੰ ਇਹ ਉਪਦੇਸ਼ ਦੇ ਕਰਕੇ ਉਹਨਾਂ ਦਾ ਉਧਾਰ ਕੀਤਾ ਤੇ ਨਾਲ ਆਖਣ ਲੱਗੇ ਕਿ ਦੇਖੋ ਭਾਈ, ਗਿਆਨ ਕੀ ਆਈ ਆਂधी, ਕਿ ਜਿਸ ਵੇਲੇ ਗਿਆਨ ਦੀ ਹਨੇਰੀ ਸਾਡੇ ਜੀਵਨ ਦੇ ਵਿੱਚ ਆਉਂਦੀ ਹੈ, ਸਭੈ ਉਡਾਨੀ ਭ੍ਰਮ ਕੀ ਟਾਟੀ, ਰਹਿ ਨ ਮਾਇਆ ਬੰਧੀ। ਫਿਰ ਸਾਡੇ ਜੀਵਨ ਨੂੰ ਆ ਕਰਕੇ ਜਿੰਨੇ ਵੀ ਵਿਕਾਰ, ਜਿੰਨੇ ਤਰ੍ਹਾਂ ਦੇ ਵੀ ਹੰਕਾਰ ਰੂਪੀ ਇਹ ਜਾਲੇ ਲੱਗੇ ਹੁੰਦੇ ਨੇ, ਉਹਨਾਂ ਨੂੰ ਰੋੜ ਕੇ ਲੈ ਜਾਂਦੀ ਹੈ। ਇਸ ਪ੍ਰਕਾਰ ਉਹ ਜਿਹੜਾ ਵ੍ਰਿਤੀ ਗਿਆਨ ਹੈ ਉਸ ਦੇ ਨਾਲ ਜਿਹੜਾ ਅਗਿਆਨ ਹੈ ਉਹ ਸਾਡਾ ਨਾਸ਼ ਹੁੰਦਾ ਹੈ। ਕਦੇ ਵੀ ਜਿਹੜਾ ਗਿਆਨ ਦਾ ਔਰ ਅਗਿਆਨ ਦਾ ਵਿਰੋਧੀ ਪਰਮੇਸ਼ਰ ਨਹੀਂ ਹੁੰਦਾ, ਉਹ ਸਦਾ ਹੀ ਨਿਰਵੈਰ ਹੈ। ਕਿਉਂਕਿ ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਉਹ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਉਹ ਸਾਡੇ ਨਾਲ ਹਮੇਸ਼ਾ ਹੀ ਜਿਹੜੀ ਨਿਰਵੈਰ ਪੁਣੇ ਦੀ ਭਾਵਨਾ ਉਹ ਰੱਖਦਾ ਹੈ। ਉਹ ਪਰਮੇਸ਼ਰ ਸਾਡੇ ਵਿੱਚ ਸਿਰਫ ਇੰਨਾ ਕੁ ਕਰਮ ਕਰਦਾ ਹੈ ਕਿ ਸਾਡੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਸਾਨੂੰ ਸੁਖ ਔਰ ਦੁੱਖ ਦੇਣਾ ਕਰਦਾ ਹੈ। ਜਿਵੇਂ ਪਾਵਨ ਗੁਰਬਾਣੀ ਦੇ ਅੰਦਰ ਬਚਨ ਆਉਂਦੇ ਹਨ ਕਿ ਇਹ ਜਿਹੜੀ ਪਾਵਨ ਗੁਰਬਾਣੀ ਹੈ, ਇਸ ਦਾ ਜਿਹੜਾ ਉਪਦੇਸ਼ ਹੈ, ਕਹਿਨ ਕਹਾਵਨ ਕੋ ਕਈ ਕੀਤੈ, ਐਸੋ ਜਨ ਬਿਰਲੋ ਹੈ ਸੇਵਕ, ਜੋ ਤਤ ਜੋਗ ਕੋ ਬੀਤੈ। ਕਿ ਇਹ ਸੰਸਾਰ ਦੇ ਅੰਦਰ ਨੁਕਸਾਨ ਕੱਢਣ ਵਾਲੇ ਬਹੁਤ ਤਰ੍ਹਾਂ ਦੇ ਲੋਕ ਹਨ, ਪਰ ਜਿਹੜਾ ਉਹ ਪਰਮੇਸ਼ਰ ਆਪ ਨਿਰਵੈਰ ਹੈ, ਉਸੇ ਵਾਂਗ ਨਿਰਵੈਰ ਦੀ ਭਾਵਨਾ ਰੱਖ ਕਰਕੇ ਇਸ ਸੰਸਾਰ ਦੇ ਅੰਦਰ ਕੋਈ ਮਨੁੱਖ ਮਿਲਦਾ ਹੈ ਜੋ ਤਤ ਜੋਗ ਕੋ ਬੀਤੈ, ਜਿਹੜੇ ਇਸ ਸੰਸਾਰ ਦੇ ਵਿੱਚੋਂ ਤਤ ਦਾ ਅਰਥ ਹੁੰਦਾ ਹੈ ਸਿਧਾਂਤ, ਜਾਂ ਤਤ ਦਾ ਅਰਥ ਹੁੰਦਾ ਹੈ ਨਿਚੋੜ। ਜਿਹੜਾ ਇਸ ਜੀਵਨ ਦੇ ਅੰਦਰ ਜਿਹੜਾ ਨਿਚੋੜ ਹੈ, ਸਿਧਾਂਤ ਹੈ, ਉਸ ਨੂੰ ਪ੍ਰਾਪਤ ਕਰਦਾ ਹੈ। ਇਸ ਲਈ ਨਹੀਂ ਤਾਂ ਸੰਸਾਰ ਦੇ ਅੰਦਰ ਆਪਾਂ ਵੇਖਦੇ ਹਾਂ ਕਿ ਉਹ ਜਿਹੜੀ ਨਿਰਵੈਰ ਦੀ ਭਾਵਨਾ ਹੈ ਉਹ ਸਾਡੇ ਵਿੱਚ ਆਉਂਦੀ ਨਹੀਂ ਹੈ। ਇੱਥੇ ਹੁਣ ਇੱਕ ਸਮਝਣਾ ਇਹ ਬੜਾ ਜ਼ਰੂਰੀ ਹੈ ਕਿ ਇਹ ਜਿਹੜਾ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮੂਲ ਮੰਤਰ ਦੇ ਅੰਦਰ ਨਿਰਵੈਰ ਸ਼ਬਦ ਵਰਤਿਆ ਹੈ, ਇਸ ਦੇ ਪਿੱਛੇ ਕਾਰਨ ਕੀ ਹੈ, ਵਜ੍ਹਾ ਕੀ ਹੈ, ਤੇ ਉਹ ਵਾਹਿਗੁਰੂ ਨਿਰਵੈਰ ਕਿਵੇਂ ਹੈ। ਕਿਉਂਕਿ ਉਹ ਜਿਹੜਾ ਪਰਮੇਸ਼ਰ ਵਾਹਿਗੁਰੂ
ਜਿਹੜੇ ਸ਼ਹੀਦ ਭਾਈ ਮਨੀ ਸਿੰਘ ਜੀ ਹੋਏ ਨੇ, ਉਹਨਾਂ ਨੇ ਵੀ ਇੱਕ ਸ੍ਰੀ ਜਪਜੀ ਸਾਹਿਬ ਦਾ ਟੀਕਾ ਲਿਖਿਆ ਹੈ, ਜਿਹੜਾ ਆਮ ਸਾਨੂੰ ਨਹੀਂ ਮਿਲਦਾ। ਕੋਈ ਪੁਰਾਣੇ ਖਰੜਿਆਂ ਦੇ ਵਿੱਚੋਂ ਉਸ ਦੀ ਪ੍ਰਾਪਤੀ ਹੁੰਦੀ ਹੈ। ਸ਼ਹੀਦ ਭਾਈ ਮਨੀ ਸਿੰਘ ਜੀ ਆਪਣੇ ਟੀਕੇ ਦੇ ਵਿੱਚ ਇਹ ਬਚਨ ਲਿਖਦੇ ਨੇ ਕਿ ਉਹ ਵਾਹਿਗੁਰੂ ਨਿਰਵੈਰ ਕਿਵੇਂ ਹੈ, ਕਿਉਂਕਿ ਉਹ ਉਸ ਦਾ ਵੈਰ ਤਾਂ ਕਿਸੇ ਦੇ ਨਾਲ ਤਾਂ ਹੋਵੇ ਜੇ ਉਹ ਕਿਸੇ ਇੱਕ ਦੇ ਵਿੱਚ ਵਿਰਾਜਮਾਨ ਹੋਵੇ। ਉਹ ਆਪ ਹੀ ਸਾਰਿਆਂ ਦੇ ਵਿੱਚ ਵਿਰਾਜਮਾਨ ਹੈ, ਸਾਰਿਆਂ ਨੂੰ ਸੱਤਾ ਦੇ ਰਿਹਾ ਹੈ, ਤੇ ਉਹ ਵੈਰ ਕਿਸ ਦੇ ਨਾਲ ਕਰਨਾ ਕਰੇ। ਇਸ ਲਈ ਉਹ ਵਾਹਿਗੁਰੂ ਸਭਨਾ ਦੇ ਨਾਲ ਜਿਹੜੀ ਨਿਰਵੈਰ ਦੀ ਭਾਵਨਾ ਉਸ ਨੂੰ ਰੱਖਣਾ ਕਰਦੇ ਹਨ। ਤੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਆਖਦੀ ਹੈ ਕਿ ਜਿਹੜਾ ਨਿਰਵੈਰ ਪੁਣਾ ਹੈ ਇਹ ਉਦੋਂ ਲੱਗਦਾ ਹੈ ਜਦੋਂ ਅਸੀਂ ਸਮਾਨ ਬਿਰਤੀ ਨੂੰ ਧਾਰਨ ਕਰਦੇ ਹਾਂ, ਤੇ ਦੂਸਰਾ ਜਿਹੜਾ ਵੈਰ ਪੁਣਾ ਹੈ ਉਹ ਹਮੇਸ਼ਾ ਉਦੋਂ ਹੁੰਦਾ ਹੈ ਜਦੋਂ ਅਸੀਂ ਕਿਸੇ ਨੂੰ ਆਪ ਤੋਂ ਨੀਵਾਂ ਸਮਝੀਏ ਤੇ ਜਾਂ ਕੋਈ ਸਾਡੇ ਤੋਂ ਉੱਚਾ ਹੋਵੇ। ਉਹ ਪਰਮੇਸ਼ਰ ਵਾਹਿਗੁਰੂ ਦੇ ਵਰਗਾ ਨਾ ਕੋਈ ਹੋਰ ਹੈ ਤੇ ਨਾ ਹੀ ਹੋ ਸਕਦਾ ਹੈ। ਉਹ ਵਾਹਿਗੁਰੂ ਆਪ ਹੀ ਸਰਵ ਸ਼ਕਤੀਵਾਨ ਹੈ। ਉਹ ਵੈਰ ਕਿਸ ਦੇ ਨਾਲ ਕਰਨਾ ਕਰੇ। ਪਾਵਨ ਗੁਰਬਾਣੀ ਆਖਦੀ ਹੈ, ਦੂਸਰ ਹੋਆ ਨਾ ਕੋ ਹੋਈ, ਕਿ ਨਾ ਤਾਂ ਅੱਜ ਤੱਕ ਉਹ ਪਰਮੇਸ਼ਰ ਵਾਹਿਗੁਰੂ ਤੋਂ ਬਿਨਾਂ ਕੋਈ ਦੂਸਰਾ ਨਾ ਹੋਇਆ ਹੈ ਤੇ ਨਾ ਹੀ ਹੋ ਸਕਦਾ ਹੈ। ਤੇ ਉਹ ਵਾਹਿਗੁਰੂ ਸਾਰਿਆਂ ਦੇ ਲਈ ਬਰਾਬਰ ਰੂਪ ਹੋ ਕੇ ਵਰਤਦਾ ਹੈ, ਸਾਰਿਆਂ ਨੂੰ ਇੱਕ ਸਮਾਨ ਬਿਰਤੀ ਕਰਕੇ ਵੇਖਣਾ ਕਰਦਾ ਹੈ, ਜਿਸ ਕਰਕੇ ਉਹ ਵਾਹਿਗੁਰੂ ਨਿਰਵੈਰ ਹੈ, ਕਿਸੇ ਦੇ ਨਾਲ ਵੀ ਉਸ ਦਾ ਵੈਰ ਨਹੀਂ ਹੈ। ਪਾਵਨ ਗੁਰਬਾਣੀ ਦੇ ਅੰਦਰ ਬਚਨ ਆਉਂਦੇ ਨੇ ਕਿ ਅਹਨਿਸ ਜੀਆ ਦੇਖ ਸੰਭਾਲੈ, ਸੁਖ ਦੁਖ ਪੁਰਬ ਕਮਾਈ। ਉਹ ਜਿਹੜਾ ਵਾਹਿਗੁਰੂ ਹੈ ਸਾਡੇ ਸਭਨਾ ਜੀਵਾਂ ਨੂੰ ਰਾਤ ਦਿਨ ਇੱਕ ਬਿਰਤੀ ਦੇ ਨਾਲ ਵੇਖਣਾ ਕਰਦਾ ਹੈ। ਸੁਖ ਦੁਖ ਪੁਰਬ ਕਮਾਈ, ਜਿਹੜਾ ਸਾਨੂੰ ਮਿਲਣ ਵਾਲਾ ਦੁੱਖ ਔਰ ਪ੍ਰਾਪਤ ਹੋਣ ਵਾਲਾ ਜਿਹੜਾ ਸੁਖ ਹੈ, ਇਹ ਪੁਰਬ ਕਮਾਈ, ਇਹ ਸਾਡੇ ਪੂਰਬਲੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਹੈ। ਪਾਵਨ ਗੁਰਬਾਣੀ ਦੇ ਅੰਦਰ ਸਾਨੂੰ ਇਹ ਬਚਨ ਮਿਲਦੇ ਹਨ ਕਿ ਜਿਹੜੇ ਸਾਡੇ ਜੀਵਨ ਦੇ ਅੰਦਰ ਸੰਗੀ ਸਾਥੀ ਹਨ, ਇਹਨਾਂ ਦਾ ਖਿਆਲ ਰੱਖਣਾ ਇਸ ਗੱਲ ਦਾ ਬੜਾ ਜ਼ਰੂਰੀ ਹੈ ਕਿ ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤ ਹੈ ਕੋ ਨਾ ਸਹਾਈ। ਜਿਹੜੇ ਸਾਡੇ ਜੀਵਨ ਦੇ ਅੰਦਰ ਸਾਡੇ ਪੁੱਤਰ ਧੀਆਂ, ਮਾਤਾ ਪਿਤਾ, ਪਤੀ ਪਤਨੀ ਪ੍ਰਾਪਤ ਹੋਏ ਨੇ, ਇਹ ਮੰਨੋ ਕਿ ਸਾਡੇ ਪੂਰਬਲੇ ਕਰਮਾਂ ਦੇ ਅਨੁਸਾਰ ਸਾਨੂੰ ਪ੍ਰਾਪਤ ਹੋਏ ਨੇ। ਪਰ ਨਾਲ ਸਤਿਗੁਰੂ ਜੀ ਆਖਦੇ ਨੇ, ਅੰਤ ਹੈ ਕੋ ਨਾ ਸਹਾਈ। ਇਹਨਾਂ ਦੇ ਵਿੱਚੋਂ ਅੰਤ ਵੇਲੇ ਸਾਡਾ ਕੋਈ ਵੀ ਸਹਾਈ ਹੋਣ ਵਾਲਾ ਨਹੀਂ ਹੈ। ਜੇ ਕੋਈ ਸਹਾਈ ਹੋਣ ਵਾਲਾ ਹੈ ਤੇ ਉਹ ਹੈ ਇੱਕ ਨਿਰਵੈਰ ਵਾਹਿਗੁਰੂ। ਪਾਵਨ ਗੁਰਬਾਣੀ ਦੇ ਅੰਦਰ ਬਚਨ ਸਾਨੂੰ ਮਿਲਦੇ ਹਨ ਕਿ ਕਈ ਵਾਰ ਜਿਹੜਾ ਮਨੁੱਖ ਹੈ ਉਹ ਕੀ ਕਰਦਾ ਹੈ ਕਿ ਆਪਣਾ ਜਿਹੜਾ ਦੋਸ਼ ਹੈ ਉਹ ਆਪਣੇ ਕਰਮਾਂ ਨੂੰ ਦੇਣ ਦੀ ਬਜਾਏ ਪਰਮੇਸ਼ਰ ਨੂੰ ਦੇਣਾ ਸ਼ੁਰੂ ਕਰ ਦਿੰਦਾ ਹੈ। ਪਰ ਪਾਵਨ ਗੁਰਬਾਣੀ ਦੇ ਅੰਦਰ ਭਗਤ ਤ੍ਰਿਲੋਚਨ ਜੀ ਆਖਦੇ ਹਨ, ਨਾਰਾਇਣ ਨਿੰਦ ਸਕਾਏ ਭੂਲੀ ਗਵਾਰੀ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ। ਕਿ ਤੁਸੀਂ ਪਰਮੇਸ਼ਰ ਨੂੰ ਦੋਸ਼ ਕਿਉਂ ਦੇਣਾ ਕਰਦੇ ਹੋ ਕਿ ਉਹ ਵਾਹਿਗੁਰੂ ਤੁਹਾਡੇ ਨਾਲ ਵੈਰ ਕਰਦਾ ਹੈ। ਇਹ ਜਿਹੜੇ ਕਰਮ ਹਨ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ,
ਜੋ ਵੀ ਕੁਝ ਚੰਗਾ ਹੋ ਰਿਹਾ ਹੈ, ਜੋ ਵੀ ਕੁਝ ਮਾੜਾ ਹੋ ਰਿਹਾ ਹੈ, ਇਹ ਮਾਨੋ ਤੁਹਾਡਾ ਆਪਣਾ ਕੀਤਾ ਹੋਇਆ ਹੈ, ਉਹੀ ਤੁਹਾਨੂੰ ਵੱਢਣਾ ਪੈ ਰਿਹਾ ਹੈ। ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਇੱਕ ਹੋਰ ਸਿਧਾਂਤ ਸਮਝ ਲੈਣਾ ਬੜਾ ਜ਼ਰੂਰੀ ਹੈ ਕਿ ਅਸੀਂ ਜੈਸਾ ਸੇਵੈ ਤੈਸੋ ਹੋਏ। ਮਨੁੱਖ ਦਾ ਜਿਹੜਾ ਜੀਵਨ ਹੈ, ਜਿਸ ਤਰ੍ਹਾਂ ਦੇ ਅਸੀਂ ਪਰਮੇਸ਼ਰ ਦੇ ਸਾਜੇ ਹੋਏ ਦੇਵੀ ਦੇਵਤੇ ਪੀਰ ਪੈਗੰਬਰਾਂ ਨੂੰ ਪੂਜਦੇ ਹਾਂ, ਉਸੇ ਪ੍ਰਕਾਰ ਦਾ ਸਾਡਾ ਜਿਹੜਾ ਜੀਵਨ ਹੈ ਉਹ ਬਣ ਜਾਂਦਾ ਹੈ। ਜੇ ਅਸੀਂ ਸਿੱਖ ਹਾਂ ਤੇ ਅਸੀਂ ਆਪਣੇ ਸਿੱਖਾਂ ਨੂੰ ਪੂਜੀਏ, ਆਪਣੇ ਸ਼ਹੀਦ ਸਿੰਘਾਂ ਨੂੰ, ਆਪਣੇ ਗੁਰੂ ਸਾਹਿਬਾਨਾਂ ਦੇ ਦਿਹਾੜੇ ਦਿਨ ਮਨਾਈਏ, ਕਿਉਂਕਿ ਪਾਵਨ ਗੁਰਬਾਣੀ ਦਾ ਇਹ ਸਿੱਧਾ ਸਾਫ਼ ਸਿਧਾਂਤ ਹੈ ਕਿ ਜੈਸਾ ਸੇਵੈ ਤੈਸੋ ਹੋਏ, ਕਿ ਜਿਸ ਤਰ੍ਹਾਂ ਦੀ ਅਸੀਂ ਸੇਵਾ ਕਰਾਂਗੇ ਉਸੇ ਤਰ੍ਹਾਂ ਦਾ ਹੀ ਸਾਡਾ ਜਿਹੜਾ ਜੀਵਨ ਹੈ ਉਹ ਬਣੇਗਾ। ਤੇ ਅਸੀਂ ਹਾਂ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਪੁਜਾਰੀ, ਤੇ ਉਸੇ ਵਾਹਿਗੁਰੂ ਦਾ ਹੀ ਇੱਕ ਗੁਣ ਹੈ ਨਿਰਵੈਰ। ਪਾਵਨ ਗੁਰਬਾਣੀ ਆਖਦੀ ਹੈ, ਤੂੰ ਨਿਰਵੈਰ ਸੰਤ ਤੇਰੇ ਨਿਰਮਲ, ਕਿ ਹੇ ਵਾਹਿਗੁਰੂ ਜੀਓ, ਤੁਸੀਂ ਆਪ ਹੀ ਨਿਰਵੈਰ ਹੋ। ਤੁਸੀਂ ਆਪ ਹੀ ਨਿਰਵੈਰ ਨਹੀਂ ਹੋ, ਤੁਹਾਡੇ ਜਿਹੜੇ ਸੇਵਕ ਭਗਤ ਹਨ ਉਹ ਵੀ ਨਿਰਵੈਰ ਹਨ। ਉਹਨਾਂ ਦੀ ਵੀ ਕਿਸੇ ਦੇ ਨਾਲ ਵੈਰ ਪੁਣੇ ਦੀ ਜਿਹੜੀ ਭਾਵਨਾ ਹੈ ਉਹ ਨਹੀਂ ਹੁੰਦੀ। ਉਹ ਨਿਰਵੈਰ ਤਾਂ ਨਹੀਂ ਕਰਦੇ। ਜਿਹੜੇ ਸੰਤ ਮਹਾਤਮਾ ਹਨ ਉਹ ਵੀ ਸਭਨਾਂ ਨੂੰ ਇੱਕ ਬਿਰਤੀ ਦੇ ਨਾਲ ਵੇਖਦੇ ਹਨ, ਪਰ ਹੋਵੇ ਉਹ ਸੰਤ ਗੁਰਬਾਣੀ ਦੇ ਅਨੁਸਾਰ। ਉਸ ਦਾ ਜੀਵਨ ਐਸਾ ਹੈ, ਸੰਤ ਤੇਰੇ ਨਿਰਮਲ, ਕਿ ਹੇ ਵਾਹਿਗੁਰੂ, ਉਹ ਤੇਰੀ ਪੂਜਾ ਕਰਦੇ ਹੋਏ ਉਹ ਆਪ ਵੀ ਨਿਰਮਲ ਹੋ ਗਏ ਹਨ। ਇਸ ਲਈ ਨਾਮ ਅਭਿਆਸ ਦਾ, ਵਾਹਿਗੁਰੂ ਸਿਮਰਨ ਦਾ ਸਾਡੇ ਜੀਵਨ ਦੇ ਵਿੱਚ ਹੋਣਾ ਬੜਾ ਲਾਜ਼ਮੀ ਹੈ। ਪਾਵਨ ਗੁਰਬਾਣੀ ਦੇ ਅੰਦਰ ਵਾਰ-ਵਾਰ ਸਾਨੂੰ ਹਦਾਇਤਾਂ ਕੀਤੀਆਂ ਹਨ ਕਿ ਹੋਰ ਜਿਹੜੇ ਧਰਮ ਦੇ ਕਰਮ ਹਨ ਉਹ ਆਪਣੀ ਜਗ੍ਹਾ ਸਤਿਕਾਰਯੋਗ ਹਨ। ਜਿੰਨੇ ਤਰ੍ਹਾਂ ਦੇ ਵੀ ਮਨੁੱਖ ਸਵੇਰ ਤੋਂ ਲੈ ਕੇ ਸੰਸਾਰੀ ਕੰਮ ਧੰਦਿਆਂ ਨੂੰ ਛੱਡ ਕਰਕੇ ਜਿੰਨੇ ਵੀ ਧਾਰਮਿਕ ਕਾਰਜ ਕਰਦਾ ਹੈ, ਉਹ ਸਭ ਆਪਣੀ ਜਗ੍ਹਾ ਹਨ, ਉਹਨਾਂ ਦਾ ਆਪਣਾ ਇੱਕ ਫਲ ਹੈ। ਪਰ ਪਾਵਨ ਗੁਰਬਾਣੀ ਦਾ ਸਿਧਾਂਤ ਹੈ ਕਿ ਨਾਨਕ ਕੈ ਘਰ ਕੇਵਲ ਨਾਮ। ਇੱਥੇ ਨਾਮ ਦੀ ਬਾਤ ਹੈ, ਨਾਮ ਦੀ ਵਡਿਆਈ ਹੈ। ਇੱਥੇ ਨਾਮ ਦੇ ਹੀ ਗੁਣ ਗਾਏ ਜਾਂਦੇ ਆ। ਇੱਥੇ ਸਭੇ ਜਿਹੜੇ ਕਾਰਜ ਹਨ ਉਹ ਇਸ ਲਈ ਹਨ ਕਿ ਅਸੀਂ ਗਾਹੇ ਅਵਗਾਹੇ ਨਾਮ ਦੇ ਨਾਲ ਜੁੜ ਸਕੀਏ। ਜੇ ਅਸੀਂ ਨਾਮ ਨੂੰ ਨਹੀਂ ਪ੍ਰਾਪਤ ਕਰ ਸਕੇ, ਜੇ ਅਸੀਂ ਨਾਮ ਨਹੀਂ ਜਪ ਸਕੇ, ਤੇ ਮਾਨੋ ਸਾਡੇ ਸਾਰੇ ਕੀਤੇ ਹੋਏ ਜਿਹੜੇ ਧਰਮ ਦੇ ਕਰਮ ਹਨ ਉਹ ਨਿਸ਼ਫਲ ਜਾਂਦੇ ਹਨ। ਚਾਹੇ ਜਿੰਨੇ ਵੀ ਕਰੇ ਜਾਈਏ, ਉਹ ਵੀ ਸਾਨੂੰ ਉਹ ਮੁਕਤੀ ਦਾ ਜਿਹੜਾ ਦਰ ਹੈ ਉਹ ਪ੍ਰਾਪਤ ਨਹੀਂ ਕਰਵਾ ਸਕਦੇ। ਇਸ ਲਈ ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਤੋਂ ਆਪਾਂ ਇਹ ਸਿੱਖਿਆ ਲੈਣਾ ਕਰੀਏ ਕਿ ਵਵਾ ਵੈਰ ਨਾ ਕਰੀਏ ਕਾਹੂ, ਘਟ ਘਟ ਅੰਤਰ ਬ੍ਰਹਮ ਸਮਾਹੂ। ਕਿ ਉਹ ਜਿਹੜਾ ਵਾਹਿਗੁਰੂ ਹੈ ਉਹ ਸਾਡੇ ਸਭਨਾਂ ਦੇ ਅੰਦਰ ਵਿਰਾਜਮਾਨ ਹੈ। ਐ ਮੇਰੇ ਪਿਆਰੇ ਗੁਰਸਿੱਖੋ, ਜੇ ਉਹ ਆਪ ਵਾਹਿਗੁਰੂ ਨਿਰਵੈਰ ਹੈ ਤੇ ਵਵਾ ਵੈਰ ਨਾ ਕਰੀਏ ਕਾਹੂ, ਕਿਸੇ ਦੇ ਨਾਲ ਜਿਹੜੀ ਵੈਰ ਭਾਵਨਾ ਹੈ ਉਹ ਨਾ ਕਰਨਾ ਕਰੋ। ਗੁਰਮੁਖ ਵੈਰ ਵਿਰੋਧ ਗਵਾਵੇ। ਜਿਹੜੇ ਗੁਰੂ ਕੇ ਗੁਰਮੁਖ ਹਨ
ਉਹ ਆਪਣੇ ਮਨਾਂ ਦੇ ਵਿੱਚੋਂ ਜਿਹੜਾ ਵੈਰ ਹੈ, ਵਿਰੋਧ ਹੈ, ਉਸ ਨੂੰ ਗਵਾ ਦਿੰਦੇ ਹਨ, ਨਾਸ਼ ਕਰ ਦਿੰਦੇ ਹਨ। ਉਹ ਸੰਸਾਰ ਦੇ ਅੰਦਰ ਕਿਸੇ ਦੇ ਨਾਲ ਵੀ ਜਿਹੜੀ ਈਰਖਾ ਦਵੈਸ਼ ਦੀ ਭਾਵਨਾ ਹੈ ਉਹ ਨਹੀਂ ਰੱਖਣਾ ਕਰਦੇ। ਇਸ ਲਈ ਸਤਿਗੁਰੂ ਸਾਹਿਬ ਜੀ ਦਾ ਇਹ ਬਖਸ਼ਿਆ ਹੋਇਆ ਜਿਹੜਾ ਸ਼ਬਦ ਨਿਰਵੈਰ ਹੈ, ਜਿਵੇਂ ਵਿਨੋਬਾ ਭਾਵੇ ਨੇ ਇੱਕ ਗੱਲ ਲਿਖੀ ਹੈ ਕਿ ਸਤਿਗੁਰੂ ਸਾਹਿਬ ਜੀ ਨੇ ਇਹ ਜਿਹੜੇ ਦੋ ਸ਼ਬਦ ਵਰਤੇ ਹਨ, ਇੱਕ ਨਿਰਵੈਰ ਔਰ ਇੱਕ ਨਿਰਭਉ, ਇਹ ਦੁਨੀਆ ਦੀ ਭਾਸ਼ਾ ਦੇ ਅਨੁਸਾਰ ਆਮ ਜਿਹੇ ਸ਼ਬਦ ਸਨ, ਪਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਨੂੰ ਮੂਲ ਮੰਤਰ ਦੇ ਵਿੱਚ ਦਰਜ ਕਰਕੇ ਇਹਨਾਂ ਆਮ ਸ਼ਬਦਾਂ ਦੇ ਰਾਹੀਂ ਹੀ ਪਰਮੇਸ਼ਰ ਵਾਹਿਗੁਰੂ ਦੀ ਸਿਫਤੋ ਸਲਾਹ ਕਰਵਾ ਦਿੱਤੀ। ਸੋ ਇਸ ਪ੍ਰਕਾਰ ਇਹ ਗੱਲ ਨੂੰ ਆਪਾਂ ਹਮੇਸ਼ਾ ਯਾਦ ਰੱਖੀਏ ਕਿ ਅਸੀਂ ਜਿਸ ਤਰ੍ਹਾਂ ਦੇ ਆਪਣੇ ਇਸ਼ਟ ਗੁਰੂ ਦੀ ਪੂਜਾ ਕਰਾਂਗੇ, ਉਸੇ ਤਰ੍ਹਾਂ ਦਾ ਸਾਡਾ ਜਿਹੜਾ ਜੀਵਨ ਹੈ ਉਹ ਬਣਨਾ ਸ਼ੁਰੂ ਹੋ ਜਾਵੇਗਾ। ਤੇ ਸਤਿਗੁਰੂ ਸਾਹਿਬ ਜੀ ਦਾ ਸਾਨੂੰ ਉਪਦੇਸ਼ ਹੈ ਕਿ ਅਸੀਂ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਅਰਾਧਨਾ ਕਰਕੇ ਪਾਵਨ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਗ੍ਰਹਿਣ ਕਰਕੇ ਉਸ ਦੇ ਉੱਪਰ ਚੱਲਣ ਦਾ ਯਤਨ ਕਰਨਾ ਹੈ। ਇਸ ਦੇ ਨਾਲ ਹੀ ਸਾਡਾ ਲੋਕ ਸੁਖੀਆ ਪਰਲੋਕ ਸੁਹੇਲਾ ਹੋ ਸਕਦਾ ਹੈ। ਨਹੀਂ ਤੇ ਮਨੁੱਖ ਦਾ ਜਿਹੜਾ ਬਹੁਤਾ ਜੀਵਨ ਹੈ ਉਹ ਇਸ ਗੱਲ ਦੇ ਵਿੱਚ ਗੁਜ਼ਰ ਜਾਂਦਾ ਹੈ ਕਿ ਮੈਂ ਇਸ ਸੰਸਾਰ ਦੇ ਅੰਦਰ ਰਹਿ ਕਰਕੇ ਇਸ ਸੰਸਾਰ ਦੇ ਵਿੱਚ ਕਮੀਆਂ ਕਿਵੇਂ ਕੱਢਣੀਆਂ ਨੇ। ਜਿਵੇਂ ਵਿਦਵਾਨ ਪੁਰਸ਼ ਇੱਕ ਗੱਲ ਆਖਦੇ ਨੇ ਕਿ ਬਹੁਤੇ ਮਨੁੱਖਾਂ ਦੀ ਇੱਕ ਬਿਰਤੀ ਹੁੰਦੀ ਹੈ, ਉਸ ਨੂੰ ਆਖਿਆ ਜਾਂਦਾ ਹੈ ਕੀੜੀ ਬਿਰਤੀ। ਕਿ ਜਿਵੇਂ ਜਿਹੜੀ ਕੀੜੀ ਆਪਾਂ ਵੇਖਦੇ ਹਾਂ, ਉਹ ਇੰਨਾ ਵੱਡਾ ਦਰਵਾਜ਼ਾ ਛੱਡ ਕੇ, ਬੂਹਾ ਛੱਡ ਕੇ ਇੱਕ ਬੰਨੇ ਇੱਕ ਸੁਰਾਖ ਕੱਢਦੀ ਹੈ ਕੰਧ ਦੇ ਵਿੱਚ ਆਪਣਾ ਆਰ ਪਾਰ ਕਰਨ ਦੇ ਲਈ। ਉਸੇ ਪ੍ਰਕਾਰ ਜਿਹੜਾ ਇਹ ਸੰਸਾਰ ਹੈ, ਜਦੋਂ ਅਸੀਂ ਗੁਰਬਾਣੀ ਨਹੀਂ ਪੜ੍ਹ ਕੇ ਵੇਖਦੇ ਜਾਂ ਅਸੀਂ ਗੁਰਬਾਣੀ ਦੀਆਂ ਸਿੱਖਿਆਵਾਂ ਦੇ ਉੱਪਰ ਚੱਲਣਾ ਸ਼ੁਰੂ ਨਹੀਂ ਕਰਦੇ, ਉਸ ਵੇਲੇ ਅਸੀਂ ਸਾਡੀ ਬਿਰਤੀ ਵੀ ਕੀੜੀ ਬਿਰਤੀ ਬਣ ਜਾਂਦੀ ਹੈ। ਅਸੀਂ ਸਿਰਫ ਇਹ ਵੇਖਣ ਆਉਣੇ ਆ, ਇਹ ਗੱਲ ਸੰਸਾਰ ਦੇ ਵਿੱਚ ਵੇਖਦੇ ਆ ਕਿ ਇੱਥੇ ਕਮੀਆਂ ਕੀ ਹਨ ਤੇ ਕਮੀਆਂ ਕੱਢ ਕਰਕੇ ਸਾਡਾ ਮਨ ਬੜਾ ਪ੍ਰਸੰਨ ਹੁੰਦਾ ਹੈ। ਕਿਉਂਕਿ ਜਿਹੜਾ ਮਨੁੱਖ ਹੈ ਇਹ ਆਪਣੇ ਹੰਕਾਰ ਨੂੰ ਪੱਠੇ ਪਾਉਣ ਵਾਲੀ ਗੱਲ ਕਰਦਾ ਹੈ ਕਿ ਜਿਹੜਾ ਹੰਕਾਰ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਕਰਦਾ ਹੈ, ਉਸੇ ਹੰਕਾਰ ਦੀ ਪੂਰਤੀ ਦੇ ਲਈ ਧਰਮ ਦੇ ਕਰਮ ਕਰਕੇ ਇਹ ਸੋਚਦਾ ਹੈ ਕਿ ਆਪਣੇ ਹੰਕਾਰ ਨੂੰ ਬਚਾਉਣ ਦੇ ਲਈ ਪਾਵਨ ਗੁਰਬਾਣੀ ਆਖਦੀ ਹੈ ਕਿ ਕਈ ਮਨੁੱਖ ਐਸੇ ਹਨ, ਆਪ ਨਾ ਦੇਹ ਚੁਰੂ ਪਰ ਪਾਨੀ, ਤੇਹ ਨਿੰਦਹ ਜਿਹ ਗੰਗਾ ਆਨੀ। ਇਹ ਸ਼ਾਇਦ ਭਗਤ ਸਹਿਬਾਨਾਂ ਜੀ ਦੇ ਬਚਨ ਹਨ ਕਿ ਕਈ ਮਨੁੱਖ ਸੰਸਾਰ ਦੇ ਵਿੱਚ ਤੁਸੀਂ ਐਸੇ ਵੇਖੋਗੇ ਕਿ ਜਿਹੜੇ ਆਪ ਕਿਸੇ ਨੂੰ ਚੂਲੀ ਭਰ ਕੇ ਪਾਣੀ ਨਹੀਂ ਪਿਆਉਂਦੇ ਤੇ ਨਿੰਦਿਆ ਉਹਨਾਂ ਦੀ ਕਰਦੇ ਨੇ ਜਿਨ੍ਹਾਂ ਨੇ ਗੰਗਾ ਵਹਾ ਦਿੱਤੀਆਂ। ਇਸ ਲਈ ਇਸ ਤਰ੍ਹਾਂ ਦੀਆਂ ਜਿਹੜੀਆਂ ਬਿਰਤੀਆਂ ਨੂੰ ਛੱਡ ਕਰਕੇ ਅਸੀਂ ਨਿਰਵੈਰ ਦੇ ਪੁਜਾਰੀ ਬਣੀਏ। ਜਿਹੜਾ ਵੈਰ ਪੁਣਾ ਹੈ, ਈਰਖਾ ਦਵੈਸ਼ ਹੈ, ਉਸ ਨੂੰ ਛੱਡ ਕਰਕੇ ਇਹ ਜਿਹੜਾ ਨਿਰਵੈਰ ਹੈ, ਤੇ ਨਿਰਵੈਰ ਅਸੀਂ ਤਾਂ ਹੀ ਹੋ ਸਕਦੇ ਹਾਂ ਜਦੋਂ ਅਸੀਂ ਗੁਰਬਾਣੀ ਦੀ ਵਿਚਾਰ ਨੂੰ ਸੁਣ ਕਰਕੇ ਉਸ ਨੂੰ ਆਪਣੇ ਅੰਦਰ ਧਾਰਨ ਕਰਾਂਗੇ। ਕਿਉਂਕਿ ਜਿਹੜੀ ਆਪਾਂ ਕੋਈ ਦਵਾਈ ਖਾਂਦੇ ਆ,
ਜਦੋਂ ਸਾਨੂੰ ਪਤਾ ਲੱਗ ਜਾਵੇ ਕਿ ਸਾਡੇ ਸਰੀਰ ਨੂੰ ਕੋਈ ਬਿਮਾਰੀ ਲੱਗੀ ਹੋਈ ਹੈ, ਤੇ ਉਹ ਜਿਹੜੀ ਬਿਮਾਰੀ ਹੈ ਉਹ ਸਿਰਫ ਉਹ ਬਿਮਾਰੀ ਨੂੰ ਠੀਕ ਕਰਨ ਦੇ ਲਈ ਕਈ ਤਰੀਕੇ ਵਰਤਣੇ ਪੈਂਦੇ ਆ। ਇੱਕ ਤਾਂ ਸਾਨੂੰ ਬਾਹਰੀ ਤੌਰ ਤੇ ਖਾਣ ਪੀਣ ਦਾ ਪਰਹੇਜ਼ ਕਰਨਾ ਪੈਂਦਾ। ਦੂਸਰਾ, ਸਾਨੂੰ ਜਿਹੜੀ ਅਸੀਂ ਦਵਾਈ ਖਾ ਰਹੇ ਹਾਂ ਉਹ ਦਵਾਈ ਦਾ ਪਚਣਾ ਬਹੁਤ ਜ਼ਰੂਰੀ ਹੈ। ਜੇ ਅਸੀਂ ਦਵਾਈ ਖਾ ਕੇ ਉਲਟੀ ਕਰ ਦਿਆਂਗੇ ਤੇ ਉਹ ਦਵਾਈ ਨੇ ਕੰਮ ਨਹੀਂ ਆਉਣਾ। ਉਸੇ ਪ੍ਰਕਾਰ ਇਹ ਸੁਣੀ ਹੋਈ ਗੁਰਬਾਣੀ ਦੀ ਵਿਚਾਰ ਹੈ, ਇਹ ਇੱਕ ਦਵਾਈ ਹੈ, ਕਿਉਂਕਿ ਮੇਰਾ ਵੈਦ ਗੁਰੂ ਗੋਬਿੰਦਾ, ਸਾਡੇ ਪਰਮੇਸ਼ਰ ਵਾਹਿਗੁਰੂ ਇੱਕ ਵੈਦ ਨੇ ਤੇ ਉਹ ਦਵਾਈ ਦਿੰਦੇ ਨੇ ਗੁਰਬਾਣੀ ਦੀ। ਤੇ ਸਾਨੂੰ ਜਿਹੜੀਆਂ ਹੰਕਾਰ ਰੂਪੀ, ਵਿਸ਼ੇ ਵਿਕਾਰ ਰੂਪੀ ਇਹ ਜਿਹੜੀਆਂ ਬਿਮਾਰੀਆਂ ਲੱਗੀਆਂ ਨੇ, ਇਹਨਾਂ ਦੇ ਲਈ ਪਰਹੇਜ਼ ਸਾਨੂੰ ਇਹ ਕਰਨਾ ਪਵੇਗਾ ਕਿ ਅਸੀਂ ਇਹ ਜਿਹੜੀ ਪਾਵਨ ਗੁਰਬਾਣੀ ਦੀ ਵਿਚਾਰ ਹੈ ਇਸ ਨੂੰ ਦਵਾਈ ਸਮਝ ਕੇ ਜਦੋਂ ਖਾਂਦੇ ਆ ਤੇ ਖਾਣ ਤੋਂ ਬਾਅਦ ਇਹ ਸਾਡੇ ਅੰਦਰ ਪਚ ਜਾਵੇ। ਅਸੀਂ ਇਸ ਨੂੰ ਸੁਣ ਕੇ ਬਾਹਰ ਜਾ ਕੇ ਉਲਟੀਆਂ ਨਾ ਕਰ ਦਿਆ ਕਰੀਏ ਕਿ ਇਹ ਗੱਲ ਗੁਰਬਾਣੀ ਆਖ ਨਹੀਂ ਸਕਦੀ, ਕਿਉਂਕਿ ਸਾਡੀ ਬੁੱਧੀ ਉਹ ਆਖਦੀ ਹੈ ਜਿਹੜਾ ਅਸੀਂ ਸੋਚਦੇ ਹਾਂ, ਤੇ ਗੁਰਬਾਣੀ ਉਹ ਆਖਦੀ ਹੈ ਜੋ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ। ਇਸ ਲਈ ਦਾਸ ਆਪਣੇ ਬਚਨਾਂ ਨੂੰ ਦੁਹਰਾਵੇ ਕਿ ਜਾਂ ਤਾਂ ਅਸੀਂ ਸੰਸਾਰ ਨੂੰ ਖੁਸ਼ ਕਰਕੇ ਅਮੀਰ ਬਣ ਸਕਦੇ ਹਾਂ, ਸਭ ਕੁਝ ਸਮਾਨ ਠੱਗੀ ਠੋਰੀ ਮਾਰ ਕੇ ਪ੍ਰਾਪਤ ਕਰ ਸਕਦੇ ਹਾਂ, ਤੇ ਜਾਂ ਆਪਾਂ ਨਿਰੰਕਾਰ ਨੂੰ ਖੁਸ਼ ਕਰ ਸਕਦੇ ਹਾਂ। ਉਸ ਦੇ ਲਈ ਸਾਨੂੰ ਕੁਝ ਵੀ ਝੱਲਣਾ ਪਵੇ ਉਹ ਪ੍ਰਵਾਨ ਹੈ। ਇਸ ਲਈ ਸਤਿਗੁਰੂ ਸਾਹਿਬ ਜੀ ਇਹ ਨਿਰਵੈਰ ਸ਼ਬਦ ਦੇ ਰਾਹੀਂ ਸਾਨੂੰ ਇਹੀ ਗੱਲ ਸਮਝਾਉਂਦੇ ਹਨ ਕਿ ਉਹ ਆਪ ਪਰਮੇਸ਼ਰ ਨਿਰਵੈਰ ਹੈ ਤੇ ਪਰਮੇਸ਼ਰ ਵਾਹਿਗੁਰੂ ਦੇ ਸਾਜੇ ਹੋਏ ਗੁਰੂ ਸਹਿਬਾਨ ਸਤਿਗੁਰ ਅੰਦਰੋਂ ਨਿਰਵੈਰ ਹੈ। ਬਾਹਰੀ ਤੌਰ ਤੇ ਜਦੋਂ ਆਪਾਂ ਗੁਰੂ ਸਹਿਬਾਨਾਂ ਜੀ ਦਾ ਜੀਵਨ ਪੜ੍ਹ ਕੇ ਵੇਖਦੇ ਹਾਂ ਤੇ ਸਤਿਗੁਰੂ ਸਾਹਿਬ ਜੀ ਨੇ ਆਪਣੇ ਸਮੇਂ ਕਈ ਪ੍ਰਕਾਰ ਕਰਕੇ ਜਿਹੜੇ ਦੁਸ਼ਟਾਂ ਦਾ ਉਹ ਨਾਸ਼ ਕਰਨਾ ਕੀਤਾ। ਸਾਨੂੰ ਬਾਹਰੀ ਤੌਰ ਤੇ ਲੱਗੇਗਾ ਕਿ ਸ਼ਾਇਦ ਸਤਿਗੁਰੂ ਸਾਹਿਬ ਜੀ ਵੀ ਵੈਰ ਕਰਨ ਵਾਲੇ ਆ, ਪਰ ਗੁਰਬਾਣੀ ਸਾਨੂੰ ਸਮਝਾ ਰਹੀ ਹੈ ਕਿ ਸਤਿਗੁਰ ਅੰਦਰੋਂ ਨਿਰਵੈਰ ਹੈ। ਬਾਹਰੋਂ ਭਾਵੇਂ ਸਤਿਗੁਰਾਂ ਦਾ ਵੀਰ ਰਸ ਵਾਲਾ ਸਰੂਪ ਹੋਵੇ, ਪਰ ਸਤਿਗੁਰੂ ਸਾਹਿਬ ਜੀ ਅੰਦਰੋਂ ਹਿਰਦੇ ਦੇ ਵਿੱਚੋਂ ਨਿਰਵੈਰ ਹਨ। ਜਿਹੜਾ ਪਰਮੇਸ਼ਰ ਹੈ, ਸਤਿਗੁਰੂ ਹੈ, ਜਾਂ ਜਿਹੜਾ ਉਸਤਾਦ ਹੈ, ਤੇ ਚੌਥਾ ਜਿਹੜਾ ਵੈਦ ਹਕੀਮ ਹੁੰਦਾ ਹੈ। ਇਹ ਚਾਰ ਤਰ੍ਹਾਂ ਦੇ ਚੀਜ਼ਾਂ ਦਾ ਮਨੁੱਖਾਂ ਦਾ ਜਿਹੜਾ ਮਨ ਹੈ ਉਹ ਹਮੇਸ਼ਾ ਅੰਦਰੋਂ ਨਿਰਵੈਰ ਹੀ ਰਹਿੰਦਾ ਹੈ। ਪਰਮੇਸ਼ਰ ਵਾਹਿਗੁਰੂ ਵੀ ਕਿਸੇ ਦੇ ਨਾਲ ਵੈਰ ਨਹੀਂ ਕਰਦੇ, ਸਤਿਗੁਰੂ ਸਾਹਿਬ ਜੀ ਦਾ ਵੀ ਕਿਸੇ ਦੇ ਨਾਲ ਵੈਰ ਨਹੀਂ ਹੈ, ਤੇ ਜਿਹੜਾ ਚੰਗਾ ਗੁਰਮੁਖ ਉਸਤਾਦ ਹੋਵੇ ਉਹ ਵੀ ਕਿਸੇ ਵਿਦਿਆਰਥੀ ਦੇ ਨਾਲ ਵੈਰ ਨਹੀਂ ਕਰਦਾ। ਬਾਹਰੀ ਤੌਰ ਤੇ ਉਹ ਭਾਵੇਂ ਕਿੰਨਾ ਵੀ ਝਿੜਕੀ ਜਾਵੇ, ਸਮਝਾਈ ਜਾਵੇ, ਪਰ ਉਸ ਦੇ ਹਿਰਦੇ ਦੇ ਅੰਦਰ ਫਿਰ ਵੀ ਪ੍ਰੇਮ ਹੁੰਦਾ ਹੈ। ਤੇ ਚੌਥੀ ਹੁੰਦੀ ਹੈ ਮਾਂ। ਮਾਂ ਭਾਵੇਂ ਬਾਹਰੀ ਤੌਰ ਤੇ ਜੋ ਮਰਜ਼ੀ ਆਪਣੇ ਬੱਚਿਆਂ ਨੂੰ ਆਖੀ ਜਾਵੇ, ਝਿੜਕੀ ਜਾਵੇ, ਮਾਰੀ ਜਾਵੇ, ਪਰ ਉਸ ਦੇ ਅੰਦਰੋਂ ਜਿਹੜਾ ਪ੍ਰੇਮ ਹੈ, ਨਿਰਵੈਰ ਪੁਣਾ ਹੈ, ਉਹ ਨਹੀਂ ਜਾਂਦਾ। ਅੰਦਰੋਂ ਉਹ ਪ੍ਰੇਮ ਹੀ ਕਰਦੀ ਹੁੰਦੀ ਹੈ। ਉਸੇ ਪ੍ਰਕਾਰ ਹੀ ਉਹ ਪਰਮੇਸ਼ਰ ਵਾਹਿਗੁਰੂ ਜੀ ਹਨ, ਸਾਨੂੰ ਸਭਨਾ ਮਨੁੱਖਾਂ ਨੂੰ ਪ੍ਰੇਮ ਕਰਨ ਵਾਲੇ ਨੇ, ਕਿਉਂਕਿ ਉਹ ਵਾਹਿਗੁਰੂ ਹੈ ਹੀ ਪ੍ਰੇਮ ਦੀ ਮੂਰਤ। ਉਹ ਸਾਨੂੰ ਪ੍ਰੇਮ ਹੀ ਬਖਸ਼ਣ ਵਾਲੇ ਹਨ
ਤੇ ਪ੍ਰੇਮ ਦੇ ਹੀ ਉਹ ਆਪ ਸਰੂਪ ਹਨ। ਐਸੇ ਪਰਮੇਸ਼ਰ ਵਾਹਿਗੁਰੂ ਦੀ ਸੇਵਾ ਕਰਨ ਕਰਕੇ ਹੀ ਸਾਡਾ ਜਿਹੜਾ ਲੋਕ ਸੁਖੀਆ ਪਰਲੋਕ ਸੁਹੇਲਾ ਹੋ ਸਕਦਾ ਹੈ। ਵਿਚਾਰਾਂ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਸਾਹਿਬ ਜੀ ਬਖਸ਼ਣ ਯੋਗ ਹਨ, ਬਖਸ਼ ਲੈਣਾ ਜੀ। ਸੋ ਇੱਥੇ ਹੀ ਅੱਜ ਦੇ ਦੀਵਾਨ ਦੀ ਸਮਾਪਤੀ ਹੈ। ਫਤਿਹ ਬੁਲਾ ਕਰਕੇ ਅਰਦਾਸ ਵਿੱਚ ਜੁੜਨਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।